ਸੋਰਠ। ਬਾਣੀ ਭਗਤ ਨਾਮਦੇਵ ਜੀ ਕੀ। ਘਰ ਦੂਜਾ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਜਬ ਦੇਖਾਂ ਤਬ ਗਾਵਾਂ, ਤਉ ਜਨ ਧੀਰਜ ਪਾਵਾਂ। ਨਾਦ ਸਮਾਏ ਲੋਰੇ, ਸਤਿਗੁਰ ਭੇਟ ਲੈ ਦੇਵਾ। ਰਹਾਉ ਜਹਾਂ ਚਿਲ ਮਿਲ ਕਾਰ ਦਿਸੰਤਾ, ਤਹਾਂ ਅਨਹਦ ਸ਼ਬਦ ਵਜੰਤਾ। ਜੋਤੀ ਜੋਤ ਸਮਾਨੀ, ਮੈਂ ਗੁਰ ਪ੍ਰਸਾਦੀ ਜਾਨੀ। ਰਤਨ ਕਮਲ ਕੋਠਰੀ, ਚਮਕਾਰ ਬੀਜੁਲ ਤਹੀਂ। ਨੇਰੇ ਨਾਹੀਂ ਦੂਰ, ਨਿਜ ਆਤਮ ਮੈਂ ਰਹਾ ਭਰਪੂਰ। ਜਹਾਂ ਅਨਹਤ ਸੂਰ ਉਜਾਰਾ, ਤਹਾਂ ਦੀਪਕ ਜਲੈ ਛੰਛਾਰਾ। ਗੁਰ ਪ੍ਰਸਾਦੀ ਜਾਣਿਆ, ਜਨ ਨਾਮਾ ਸਹਿਜ ਸਮਾਨਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਗ ਸੋਰਠ ਅੰਦਰ ਭਗਤ ਨਾਮਦੇਵ ਜੀ ਦਾ ਉਚਾਰਨ ਕੀਤਾ ਹੋਇਆ ਇਹ ਸ਼ਬਦ ਦੂਜੇ ਘਰ ਵਿੱਚ ਗਾਇਨ ਕਰਨ ਦੀ ਸੇਧ ਹੈ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਇਹ ਮੰਗਲਾਚਰਨ ਹੈ। ਪਰਮਾਤਮਾ ਇੱਕ ਹੈ, ਸਰਬ ਵਿਆਪਕ ਹੈ, ਸਰਬ ਪ੍ਰਕਾਸ਼ਕ ਹੈ। ਸੱਚੇ ਗੁਰੂ ਦੀ ਕਿਰਪਾ ਦੁਆਰਾ ਉਸ ਦੀ ਸੋਝੀ ਪ੍ਰਾਪਤ। ਇਸ ਸ਼ਬਦ ਦਾ ਸਹੀ ਅਰਥ ਸਮਝਣ ਲਈ ਸੋਰਠ ਰਾਗ ਵਿੱਚ ਹੀ ਸਤਿਗੁਰੂ ਨਾਨਕ ਦੇਵ ਜੀ ਦਾ ਇੱਕ ਸ਼ਬਦ, ਜੋ ਸੋਰਠ ਰਾਗ ਵਿੱਚ ਹੀ ਤੇ ਇਸ ਸ਼ਬਦ ਨਾਲ ਹਰ ਤਰ੍ਹਾਂ ਦਾ ਮੇਲ ਖਾਂਦਾ, ਇਸ ਸ਼ਬਦ ਦੇ ਨਾਲ ਨਾਲ ਪੜ੍ਹਨਾ ਜ਼ਰੂਰੀ ਹੈ। ਆਓ ਇਸ ਸ਼ਬਦ ਦਾ ਪਾਠ ਵੀ ਕਰ ਲਈਏ, ਫਿਰ ਅਸੀਂ ਵਿਚਾਰ ਕਰਾਂਗੇ। ਸੋਰਠ ਮਹਿਲਾ ਪਹਿਲਾ, ਘਰ ਤੀਜਾ। ਜਾਂ ਤਿਸ ਭਾਵਾ, ਤਦ ਹੀ ਗਾਵਾ। ਤਾਂ ਗਾਵੇ ਕਾ ਫਲ ਪਾਵਾਂ, ਗਾਵੇ ਕਾ ਫਲ ਹੋਈ। ਜਾਂ ਆਪੇ ਦੇਵੈ ਸੋਈ। ਮਨ ਮੇਰੇ ਗੁਰ ਬਚਨੀ ਨਿਧ ਪਾਈ, ਤਾਂ ਤੇ ਸੱਚ ਮੈਂ ਰਿਹਾ ਸਮਾਈ। ਰਹਾਉ ਗੁਰ ਸਾਖੀ ਅੰਤਰ ਜਾਗੀ, ਤਾਂ ਚੰਚਲ ਮਤ ਤਿਆਗੀ। ਗੁਰ ਸਾਖੀ ਕਾ ਉਜਿਆਰਾ, ਤਾਂ ਮਿਟਿਆ ਸਗਲ ਅੰਧਿਆਰਾ। ਗੁਰ ਚਰਨੀ ਮਨ ਲਾਗਾ, ਤਾਂ ਜਮ ਕਾ ਮਾਰਗ ਭਾਗਾ। ਭੈ ਵਿੱਚ ਨਿਰਭਉ ਪਾਇਆ, ਤਾਂ ਸਹਿਜੈ ਕਹਿ ਕਰ ਆਇਆ। ਭਣਤ ਨਾਨਕ ਬੂਝੈ ਕੋ ਵਿਚਾਰੀ, ਇਸ ਜਗ ਮੈਂ ਕਰਨੀ ਸਾਰੀ। ਕਰਨੀ ਕੀਰਤ ਹੋਈ, ਜਾਂ ਆਪੇ ਮਿਲਿਆ ਸੋਈ। ਭਣਤ ਨਾਨਕ ਬੂਝੈ ਕੋ ਵਿਚਾਰੀ, ਇਸ ਜਗ ਮੈਂ ਕਰਨੀ ਸਾਰੀ। ਕਰਨੀ ਕੀਰਤ ਹੋਈ, ਜਾਂ ਆਪੇ ਮਿਲਿਆ ਸੋਈ। ਇਹਨਾਂ ਦੋਵਾਂ ਸ਼ਬਦਾਂ ਦਾ ਪ੍ਰਿੰਸੀਪਲ ਸਾਹਿਬਜੀਤ ਸਿੰਘ ਜੀ ਦੇ ਕਥਨ ਮੁਤਾਬਕ ਆਪਸ ਵਿੱਚ ਮੇਲ ਹੈ। ਸ਼ਬਦਾਵਲੀ ਵੀ ਲਗਭਗ ਇੱਕੋ ਜਿਹੀ ਹੈ ਔਰ ਆਸ਼ਾ ਉਦੇਸ਼ ਵੀ ਇੱਕੋ।
ਭਗਤ ਜੀ ਕਹਿੰਦੇ ਹਨ, ਨਾਦ ਸਮਾਏ ਲੋਰੇ ਸਤਿਗੁਰ ਭੇਟ ਲੈ ਦੇਵਾ। ਨਾਦ ਦਾ ਮਤਲਬ ਹੈ ਗੁਰੂ ਦਾ ਸ਼ਬਦ। ਜਦੋਂ ਗੁਰੂ ਦੇ ਸ਼ਬਦ ਵਿੱਚ ਇੱਕ ਮਿਕਤਾ ਹੋ ਜਾਂਦੀ, ਸਮਾਹ ਹੋ ਜਾਂਦਾ, ਭਾਵ ਗੁਰੂ ਦੇ ਸ਼ਬਦ ਅਨੁਸਾਰ ਇਹ ਜਗਿਆਸੂ ਚੱਲਣ ਲੱਗ ਪੈਂਦਾ, ਉਸ ਵੇਲੇ ਉਸ ਦੇ ਮਨ ਦੀ ਅਵਸਥਾ ਬਦਲ ਜਾਂਦੀ। ਪਹਿਲਾਂ ਕੁਝ ਹੋਰ ਸੀ, ਪਿੱਛੋਂ ਕੁਝ ਹੋਰ ਹੈ। ਹਨੇਰੇ ਵਿੱਚ ਹੋਰ ਸੀ, ਚਾਨਣ ਵਿੱਚ ਬਦਲ ਗਿਆ। ਨਾਦ ਸਮਾਏ ਲੋਰੇ ਸਤਿਗੁਰ ਭੇਟ ਲੈ ਦੇਵਾ। ਦੇਵਾ ਤੋਂ ਭਾਵ ਹੈ ਉਸ ਪਰਮਾਤਮਾ ਦੀ ਕਿਰਪਾ ਦੇ ਨਾਲ ਜਦੋਂ ਮੇਰਾ ਮਨ ਗੁਰੂ ਦੇ ਸ਼ਬਦ ਦਾ ਅਨੁਸਾਰੀ ਬਣ ਗਿਆ, ਮੈਂ ਇਸ ਨੂੰ ਹੋਰ ਚੰਗੀ ਤਰ੍ਹਾਂ ਖੋਲ੍ਹਣ ਲਈ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੇ ਆਨੰਦ ਸਾਹਿਬ ਬਾਣੀ ਦੇ ਅੰਦਰ 38 ਨੰਬਰ ਪੌੜੀ ਜੋ ਹੈ, ਉਸਦਾ ਵੀ ਪਾਠ ਕਰਨਾ ਜ਼ਰੂਰੀ ਸਮਝਦਾ। ਗੁਰੂ ਅਮਰਦਾਸ ਜੀ ਫਰਮਾਉਂਦੇ ਨੇ, ਹਰ ਜਿਉ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ। ਵਜਾਇਆ ਵਾਜਾ ਪਉਣ ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ। ਬਹੁਤ ਸਾਰੇ ਪ੍ਰੇਮੀ ਇਸ ਪੌੜੀ ਦਾ ਪਾਠ ਕਰਦੇ ਹਨ, ਹਰ ਜੀਓ ਇਕੱਠਾ ਕਰਦੇ ਹਨ, ਪਰ ਇਹਦੇ ਅਰਥ ਸਮਝਣ ਲਈ ਹਰ ਤੇ ਥੋੜ੍ਹਾ ਜਿਹਾ ਰੁਕਣਾ ਹੈ। ਹਰੀ ਨੇ ਸਰੀਰ ਰੂਪੀ ਗੁਫਾ ਦੇ ਅੰਦਰ ਇਹ ਜੀਵ ਆਤਮਾ ਨੂੰ ਟਿਕਾ ਕੇ ਇਹ ਵਿਸ਼ਵਾਸਾਂ ਦਾ ਵਾਜਾ ਵਜਾ ਦਿੱਤਾ। ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ। ਵਜਾਇਆ ਵਾਜਾ ਪਉਣ ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ। ਇਹ ਜਿਹੜੀਆਂ 9 ਗੋਲਕਾਂ ਹਨ, 9 ਮੋਰੀਆਂ ਹਨ, 2 ਅੱਖਾਂ ਦੀਆਂ, 2 ਕੰਨਾਂ ਦੀਆਂ, 2 ਨੱਕ ਦੀਆਂ ਮੋਰੀਆਂ ਔਰ ਮੂੰਹ ਦੀ ਮੋਰੀ 7 ਹਨ। ਲਿੰਗ ਅਤੇ ਗੁਦਾ, ਲੈਟਰਿਨ ਤੇ ਪਿਸ਼ਾਬ ਕਰਨ ਦੀ ਜਗ੍ਹਾ, ਇਹ 9 ਦਰਵਾਜ਼ੇ ਪ੍ਰਗਟ ਹਨ। ਪਰ ਜਿਹੜਾ ਗਿਆਨ ਦਾ ਦਰਵਾਜ਼ਾ ਹੈ ਉਹ ਗੁਪਤ ਹੈ। ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ। ਵਜਾਇਆ ਵਾਜਾ ਪਉਣ ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ। ਗੁਰਦੁਆਰੇ ਲਾਏ ਭਾਮਨੀ, ਗੁਰਦੁਆਰੇ ਲਾਏ ਭਾਮਨੀ। ਜਦੋਂ ਗੁਰੂ ਦੇ ਰਾਹੀਂ ਪ੍ਰੇਮ ਬਣ ਜਾਂਦਾ, ਫਿਰ ਇਹ ਗਿਆਨ ਦਾ ਦਰਵਾਜ਼ਾ ਖੁੱਲ੍ਹ ਜਾਂਦਾ। ਤੇ ਜਦੋਂ ਗਿਆਨ ਦਾ ਦਰਵਾਜ਼ਾ ਖੁੱਲ੍ਹਦਾ, ਅਗਿਆਨ ਵਾਲੀ ਅਵਸਥਾ ਬਦਲ ਜਾਂਦੀ। ਗੁਰਦੁਆਰੇ ਲਾਏ ਭਾਮਨੀ, ਇੱਕ ਨਾ 10ਵਾਂ ਦੁਆਰ ਦਿਖਾਇਆ। ਤਾਂ ਅਨੇਕ ਰੂਪ ਨਵ ਨਵਨਿਤ, ਤਿਸ ਦਾ ਅੰਤ ਨ ਜਾਈ ਪਾਇਆ। ਕਹਿ ਨਾਨਕ ਹਰ ਪਿਆਰੇ, ਜਿਉ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ। ਇਸ ਪਾਵਨ ਸ਼ਬਦ ਦੇ ਅੰਦਰ ਭਗਤ ਜੀ ਕਹਿੰਦੇ ਨੇ, ਜਦੋਂ ਨਾਦ ਸਮਾਏ ਲੋਰੇ ਸਤਿਗੁਰ ਭੇਟ ਲੈ ਦੇਵਾ। ਜਦੋਂ ਵਾਹਿਗੁਰੂ ਦੀ ਕਿਰਪਾ ਦੇ ਨਾਲ ਗੁਰੂ ਦਾ ਮਿਲਾਪ ਹੁੰਦਾ
ਤੇ ਗੁਰੂ ਪਰਮਾਤਮਾ ਦੇ ਦਰਸ਼ਨ ਕਰਾ ਦਿੰਦਾ। ਫਿਰ ਉਹੀ ਮੱਤ ਜਿਹੜੀ ਬੜੀ ਚੰਚਲ ਹੁੰਦੀ ਹੈ ਉਹ ਟਿਕ ਜਾਂਦੀ। ਗੁਰੂ ਨਾਨਕ ਪਾਤਸ਼ਾਹ ਵੀ ਕਹਿੰਦੇ, ਮਨ ਮੇਰੇ ਗੁਰ ਬਚਨੀ ਨਿਧ ਪਾਈ, ਤਾਂ ਤੇ ਸੱਚ ਮੈਂ ਰਿਹਾ ਸਮਾਈ। ਗੁਰ ਸਾਖੀ ਅੰਤਰ ਜਾਗੀ, ਤਾਂ ਚੰਚਲ ਮਤ ਤਿਆਗੀ। ਗੁਰ ਸਾਖੀ ਕਾ ਉਜਿਆਰਾ, ਤਾਂ ਮਿਟਿਆ ਸਗਲ ਅੰਧਿਆਰਾ। ਤੋ ਭਗਤ ਜੀ ਵੀ ਕਹਿੰਦੇ ਹਨ, ਜਦੋਂ ਗੁਰੂ ਦੇ ਸ਼ਬਦ ਰਾਹੀਂ ਉਸ ਪਰਮਾਤਮਾ ਨਾਲ ਮੇਲ ਹੋ ਗਿਆ, ਜਬ ਦੇਖਾਂ ਤਬ ਗਾਵਾਂ, ਜਦੋਂ ਫਿਰ ਮੈਂ ਉਸ ਦੇ ਦਰਸ਼ਨ ਕਰ ਲਏ, ਜਦੋਂ ਮੈਨੂੰ ਹਰ ਜਗ੍ਹਾ 'ਤੇ ਉਸ ਦੇ ਦੀਦਾਰ ਹੋ ਗਏ, ਤਾਂ ਮੈਂ ਉਸ ਦੀ ਉਸਤਤ ਸਿਫਤ ਸਲਾਹ ਕਰਦਾ। ਭਗਤ ਜੀ ਦੇ ਆਪਣੇ ਸ਼ਬਦਾਂ ਵਿੱਚ ਇਸ ਗੱਲ ਨੂੰ ਸਪਸ਼ਟ ਕੀਤਾ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਪਰ ਇਹ ਹੋਇਆ ਕਦੋਂ? ਜਦੋਂ ਗੁਰੂ ਦੇ ਸ਼ਬਦ ਦੁਆਰਾ ਉਸ ਪਰਮਾਤਮਾ ਦੇ ਦੀਦਾਰ ਪਹਿਲਾਂ ਮੈਂ ਆਪਣੇ ਅੰਦਰ ਕੀਤੇ, ਫਿਰ ਮੈਨੂੰ ਸਾਰੀ ਜਗ੍ਹਾ ਉਸ ਦੀ ਜੋਤ ਨਜ਼ਰ ਆਈ। ਜਬ ਦੇਖਾਂ ਤਬ ਗਾਵਾਂ, ਤੋ ਜਨ ਧੀਰਜ ਪਾਵਾਂ। ਫਿਰ ਇਸ ਸੇਵਕ ਨੂੰ ਧੀਰਜ ਦੀ ਪ੍ਰਾਪਤੀ ਹੋ ਗਈ। ਧੀਰਜ ਕੀ ਇੱਕ ਅਵਸਥਾ ਹੈ। ਧੀਰਜ ਵਾਲਾ ਬੰਦਾ ਬੜਾ ਟਿਕਾਓ ਵਾਲਾ ਹੁੰਦਾ, ਉਹਦੇ 'ਚ ਕਾਲਾਪਨ ਨਹੀਂ ਹੁੰਦਾ, ਉਹ ਭਟਕਦਾ ਨਹੀਂ, ਉਹ ਡਾਵਾਂ ਡੋਲ ਨਹੀਂ ਹੁੰਦਾ। ਅਸੀਂ ਰੋਜ਼ ਗੁਰੂ ਅੱਗੇ ਅਰਦਾਸ ਕਰਦੇ ਹਾਂ, ਹੇ ਸਤਿਗੁਰੂ ਸਾਡੇ ਤੇ ਕਿਰਪਾ ਕਰੋ, ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਕਿਉਂਕਿ ਸਾਡਾ ਮਨ ਭਟਕਦਾ ਬਹੁਤ। ਇਹ ਭਟਕਣ ਤੋਂ ਉਦੋਂ ਹੀ ਰੁਕੇਗਾ ਜਦੋਂ ਗੁਰੂ ਦੇ ਸ਼ਬਦ ਦੀ ਕਮਾਈ ਕਰੇਗਾ। ਜਦੋਂ ਗੁਰੂ ਦੇ ਸ਼ਬਦ ਦੀ ਕਮਾਈ ਕਰੇਗਾ, ਜਿਹੜੀਆਂ ਗੱਲਾਂ ਅੱਜ ਇਸ ਨੂੰ ਨਹੀਂ ਪਤਾ, ਉਹਨਾਂ ਦਾ ਪਤਾ ਲੱਗ ਜਾਏਗਾ। ਸੱਚਮੁੱਚ ਜਦੋਂ ਤੱਕ ਸਾਨੂੰ ਪਤਾ ਨਹੀਂ ਹੁੰਦਾ, ਉਦੋਂ ਤੀਕਰ ਅਸੀਂ ਜਾਣਨ ਲਈ ਭਟਕਦੇ ਹਾਂ, ਅਤੇ ਜਦੋਂ ਜਾਣ ਲੈਂਦੇ ਹਾਂ ਫਿਰ ਟਿਕ ਜਾਂਦੇ ਹਾਂ। ਨਾਦ ਸਮਾਏ ਲੋਰੇ, ਸਤਿਗੁਰ ਭੇਟ ਲੈ ਦੇਵਾ। ਜਬ ਦੇਖਾਂ ਤਬ ਗਾਵਾਂ, ਤਉ ਜਨ ਧੀਰਜ ਪਾਵਾਂ। ਫਿਰ ਕੀ ਹੁੰਦਾ ਹੈ? ਜਾਂ ਝਿਲ ਮਿਲ ਕਾਰਜ ਸੰਤਾ। ਪਹਿਲਾਂ ਝਿਲ ਮਿਲ ਦਾ ਅਰਥ ਹੈ ਥੋੜ੍ਹੀ ਜਿਹੀ ਨਜ਼ਰ ਆਉਂਦੀ ਸੀ, ਪਰ ਪਹਿਲਾਂ ਇਸ ਚੰਚਲਤਾ ਦੇ ਕਾਰਨ ਉਹਦੇ ਦਰਸ਼ਨ ਨਹੀਂ ਸੀ। ਇਹ ਸੀ ਮਨ ਦੀ ਉਹ ਅਵਸਥਾ ਜਦੋਂ ਗੁਰੂ ਦਾ ਮਿਲਾਪ ਨਹੀਂ ਸੀ ਹੋਇਆ, ਜਦੋਂ ਗੁਰੂ ਦੇ ਸ਼ਬਦ ਦੀ ਕਮਾਈ ਨਹੀਂ ਸੀ ਕੀਤੀ, ਜਦੋਂ ਗੁਰੂ ਮੰਤਰ ਦਾ ਸਿਮਰਨ ਨਹੀਂ ਸੀ ਕੀਤਾ। ਪਹਿਲਾਂ ਤਾਂ ਇਹ ਹਾਲਤ ਸੀ, ਜਾਂ ਝਿਲ ਮਿਲ ਕਾਰਜ ਸੰਤਾ, ਤਾਂ ਅਨਹਦ ਸ਼ਬਦ ਬਜੰਤਾ। ਹੁਣ ਉਸ ਚੰਚਲਤਾਈ ਦੀ ਬਜਾਏ ਤਾਂ ਉਸ ਅਵਸਥਾ ਵਿੱਚ ਅਨਹਦ ਇੱਕ ਰਸ ਪਰਮਾਤਮਾ ਦੀ ਪ੍ਰੀਤ ਦਾ ਵਾਜਾ ਵੱਜਣ ਲੱਗ ਪਿਆ। ਅਨਹਦ ਦਾ ਮਤਲਬ ਹੈ ਜਿਹਦੀ ਕੋਈ ਹੱਦ ਨਹੀਂ। ਇਹ ਅੱਖਰ ਗੁਰਬਾਣੀ ਵਿੱਚ ਦੋ ਰੂਪਾਂ ਵਿੱਚ ਆਉਂਦਾ ਹੈ, ਭਗਤ ਜੀ ਨੇ ਵੀ ਵਰਤਿਆ ਹੈ, ਅਨਹਦ ਤੇ ਅਨਹਦ। ਅਨਹਦ ਦਾ ਮਤਲਬ ਹੈ ਜਿਸ ਦੀ ਕੋਈ ਹੱਦ ਸੀਮਾ ਨਹੀਂ, ਇੱਕ ਰਸ। ਔਰ ਅਨਹਦ ਦਾ ਮਤਲਬ ਹੈ ਜਿਸ ਦਾ ਹੱਥ ਨਾ ਹੋਵੇ, ਜਿਹੜੀ ਚੀਜ਼ ਟੁੱਟੇ ਨਾ, ਜਿਸ ਦੀ ਇੱਕ ਰਸਤਾ ਬਣੀ ਰਹੇ। ਭਗਤ ਜੀ ਕਹਿੰਦੇ ਨੇ, ਜਦੋਂ ਗੁਰੂ ਦੇ ਸ਼ਬਦ ਦੁਆਰਾ
ਮੈਂ ਉਸ ਪਰਮਾਤਮਾ ਦੇ ਦਰਸ਼ਨ ਕਰ ਲਏ। ਹੁਣ ਮੇਰਾ ਮਨ ਧੀਰਜ ਵਿੱਚ ਆ ਗਿਆ। ਜਬ ਦੇਖਾਂ ਤਬ ਗਾਵਾਂ, ਤੋ ਜਨ ਧੀਰਜ ਪਾਵਾਂ। ਨਾਦ ਸਮਾਏ ਲੋਰੇ, ਸਤਿਗੁਰ ਭੇਟ ਲੈ ਦੇਵਾ। ਰਹਾਓ। ਉਧਰ ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਮਨ ਮੇਰੇ ਗੁਰ ਬਚਨੀ ਨਿਧ ਪਾਈ, ਤਾਂ ਤੇ ਸੱਚ ਮੈਂ ਰਿਹਾ ਸਮਾਈ। ਜਾਂ ਤਿਸ ਭਾਵਾਂ ਤਦ ਹੀ ਗਾਵਾਂ, ਤਾਂ ਗਾਵੇ ਕਾ ਫਲ ਪਾਵਾਂ। ਗਾਵੇ ਕਾ ਫਲ ਹੋਈ, ਜਾਂ ਆਪੇ ਦੇਵੈ ਸੋਈ। ਜਦੋਂ ਉਹਦੀ ਕਿਰਪਾ ਹੋ ਜਾਂਦੀ ਫਿਰ ਕੀ ਹੁੰਦਾ? ਗੁਰ ਸਾਖੀ ਅੰਤਰ ਜਾਗੀ, ਤਾਂ ਚੰਚਲ ਮਤ ਤਿਆਗੀ। ਗੁਰ ਸਾਖੀ ਕਾ ਉਜਿਆਰਾ, ਤਾਂ ਮਿਟਿਆ ਸਗਲ ਅੰਧਿਆਰਾ। ਗੁਰ ਚਰਨੀ ਮਨ ਲਾਗਾ, ਤਾਂ ਜਮ ਕਾ ਮਾਰਗ ਭਾਗਾ। ਭੈ ਵਿੱਚ ਨਿਰਭਉ ਪਾਇਆ, ਤਾਂ ਸਹਿਜੈ ਕੈ ਘਰ ਆਇਆ। ਭਣਤ ਨਾਨਕ ਬੂਝੈ ਕੋ ਵਿਚਾਰੀ, ਇਸ ਜਗ ਮੈਂ ਕਰਨੀ ਸਾਰੀ। ਕਰਨੀ ਕੀਰਤ ਹੋਈ, ਜਾਂ ਆਪੇ ਮਿਲਿਆ ਸੋਈ। ਤੋ ਜਦੋਂ ਅਸੀਂ ਇਹਨਾਂ ਦੋਹਾਂ ਸ਼ਬਦਾਂ ਨੂੰ ਬਰਾਬਰ ਰੱਖ ਕੇ ਵਿਚਾਰਾਂਗੇ ਤੋ ਇਹ ਇੱਕ ਤਬਦੀਲੀ ਹੈ। ਗੁਰੂ ਦੇ ਮਿਲਾਪ ਤੋਂ ਪਹਿਲਾਂ ਕੁਝ ਹੋਰ ਅਵਸਥਾ ਸੀ। ਗੁਰੂ ਦੇ ਮਿਲਾਪ, ਗੁਰੂ ਦੇ ਸ਼ਬਦ ਦੀ ਕਮਾਈ ਤੋਂ ਬਾਅਦ ਅਵਸਥਾ ਬਦਲਦੀ। ਗੁਰਦੁਆਰੇ ਲਾਏ ਭਾਵਨੀ, ਇਕ ਨਾ 10ਵਾਂ ਦੁਆਰ ਦਿਖਾਇਆ। ਤਾਂ ਅਨੇਕ ਰੂਪ ਨੌ ਨਵਨਿਤ, ਤਿਸਦਾ ਅੰਤ ਨ ਜਾਈ ਪਾਇਆ। ਜਾਂ ਝਿਲ ਮਿਲ ਕਾਰਜ ਸੰਤਾ, ਤਾਂ ਅਨਹਦ ਸ਼ਬਦ ਵਜੰਤਾ। ਜੋਤੀ ਜੋਤ ਸਮਾਨੀ, ਮੈਂ ਗੁਰ ਪ੍ਰਸਾਦੀ ਜਾਨੀ। ਐਸੀ ਗੁਰੂ ਦੀ ਕਿਰਪਾ ਹੋਈ ਕਿ ਮੇਰੀ ਜੋਤ ਉਸ ਜੋਤ ਪਰਮਾਤਮਾ ਦੀ ਜੋਤ ਵਿੱਚ ਪਹਿਲਾ ਹੈ ਜੋਤੀ, ਫਿਰ ਜੋਤ ਦੇ ਤੱਤੇ ਨੂੰ ਸਿਆਰੀ। ਇੱਕ ਅਵਸਥਾ ਹੈ ਸਾਧ ਸੰਗਤ। ਗੁਰਬਾਣੀ ਵਿੱਚ ਇਸ ਦਾ ਜ਼ਿਕਰ ਆਮ ਤੌਰ 'ਤੇ ਕੀਤਾ, ਪਰ ਅਸੀਂ ਧਿਆਨ ਨਹੀਂ ਦਿੰਦੇ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਮਿਟ ਗਏ ਗਮਨ ਪਾਏ ਵਿਸਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ। ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆ ਰਾਮ। ਜੋਤੀ ਜੋਤ ਰਲੀ, ਸੰਪੂਰਨ ਥੀ ਆਰਾਮ। ਭਗਤ ਜੀ ਵੀ ਕਹਿੰਦੇ ਨੇ, ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਅਨਲ ਅਗਮ ਜੈਸੇ ਲਹਿਰ ਮੈਂ ਓਦਦ, ਜਲ ਕੇਵਲ ਜਲ ਮਾਹੀ। ਜੋਤੀ ਜੋਤ ਸਮਾਨੀ, ਮੈਂ ਗੁਰ ਪ੍ਰਸਾਦੀ ਜਾਨੀ। ਆਖਿਆ ਗੁਰੂ ਦੀ ਕਿਰਪਾ ਦੇ ਨਾਲ ਮੈਨੂੰ ਇਹ ਅਵਸਥਾ ਪ੍ਰਾਪਤ ਹੋਈ। ਜਬ ਦੇਖਾਂ ਤਬ ਗਾਵਾਂ, ਤੋ ਜਨ ਧੀਰਜ ਪਾਵਾਂ। ਕਿਉਂਕਿ ਜਦੋਂ ਤੀਕਰ ਜਿਸ ਚੀਜ਼ ਦੀ ਪ੍ਰਾਪਤੀ ਦੀ ਇੱਛਾ ਹੋਵੇ ਉਹਦੀ ਪ੍ਰਾਪਤੀ ਨਹੀਂ ਹੁੰਦੀ, ਉਦੋਂ ਤੀਕਰ ਖੋਜਣ ਵਾਲੇ ਨੂੰ ਧੀਰਜ ਨਹੀਂ ਆਉਂਦਾ। ਅਤੇ ਜਦੋਂ ਉਸ ਨੂੰ ਉਹ ਚੀਜ਼ ਪ੍ਰਾਪਤ ਹੋ ਜਾਂਦੀ ਫਿਰ ਉਹਦਾ ਮਨ ਟਿਕ ਜਾਂਦਾ, ਫਿਰ ਉਸ ਨੂੰ ਪ੍ਰਤੱਖ ਹੋ ਜਾਂਦਾ। ਇਸ ਨੂੰ ਮਹਾਂਪੁਰਖਾਂ ਨੇ ਆਪਣੇ ਤਰੀਕੇ ਨਾਲ ਸਮਝਾਇਆ। ਆਖਿਆ ਪਹਿਲਾਂ ਕਰਮ ਕਾਂਡ ਸ਼ੁੱਧ ਕਰੋ, ਫਿਰ ਤੁਹਾਡੇ ਅੰਦਰ ਉਪਾਸਨਾ ਪੈਦਾ ਹੋਵੇਗੀ, ਫਿਰ ਗਿਆਨ ਆਏਗਾ, ਫਿਰ ਪ੍ਰਤੱਖ ਹੋ ਜਾਏਗਾ। ਅਤੇ ਜਦੋਂ ਕਿਸੇ ਨੂੰ ਪ੍ਰਤੱਖ ਹੋ ਜਾਏ ਫਿਰ ਉਹਦੀ ਭਟਕਣਾ ਮੁੱਕ ਜਾਂਦੀ। ਜਬ ਦੇਖਾਂ ਤਬ ਗਾਵਾਂ, ਤੋ ਜਨ ਧੀਰਜ ਪਾਵਾਂ। ਨਾਦ ਸਮਾਏ ਲੋਰੇ, ਸਤਿਗੁਰ ਭੇਟ ਲੈ ਦੇਵਾ। ਰਹਾਉ। ਜਾਂ ਝਿਲ ਮਿਲ ਕਾਰਜ ਸੰਤਾ, ਤਾਂ ਅਨਹਦ ਸ਼ਬਦ ਭਜੰਤਾ।
ज्योति ज्योत समानी, मैं गुर प्रसादी जानी। रतन कमल कोठरी, ਹਿਰਦੇ ਰੂਪੀ ਕਮਲ ਦੇ ਅੰਦਰ, ਇਸ ਸਰੀਰ ਰੂਪੀ ਕੋਠੜੀ ਅੰਦਰ ਉਹ ਜਿਹੜੇ ਰਤਨ ਲੁਕੇ ਹੋਏ ਸਨ, ਜਿਹੜੇ ਪਹਿਲਾਂ ਮੈਨੂੰ ਨਜ਼ਰ ਨਹੀਂ ਸੀ ਆਉਂਦੇ। ਰਤਨ ਕਮਲ ਕੋਠਰੀ, ਚਮਕਾਰ ਬੀਜੁਲ ਤਹੀਂ। ਜਿੱਥੇ ਬਿਜਲੀ ਵਾਂਗੂ ਚਮਕ ਹੁੰਦੀ ਸੀ, ਭਾਵ ਉਸ ਦਾ ਚਲਕਾਰਾ ਤੇ ਹੈ ਹਰ ਮਨੁੱਖ ਦੇ ਅੰਦਰ। ਅਸੀਂ ਜਿਤਨੇ ਜੀਵ ਹਾਂ ਸਭ ਮੈਂ ਜੋਤ, ਜੋਤ ਹੈ ਸੋਏ ਤਿਸ ਦੈ ਚਾਨਣ, ਸਭ ਮੈਂ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ, ਰਤਨ ਕਮਲ ਕੋਠਰੀ। ਗੁਰ ਚਰਨੀ ਮਨ ਲਾਗਾ, ਤਾਂ ਜਮ ਕਾ ਮਾਰਗ ਭਾਗਾ। ਆਖਿਆ ਹੁਣ ਗੁਰੂ ਦੀ ਕਿਰਪਾ ਦੇ ਨਾਲ ਰਤਨ ਕਮਲ ਕੋਠਰੀ, ਚਮਕਾਰ ਬੀਜੁਲ ਤਹੀਂ। ਨੇਰੇ ਨਾਹੀਂ ਦੂਰ, ਨਿਜ ਆਤਮੈ ਰਿਹਾ ਭਰਪੂਰ। ਸਮਝ ਆ ਗਈ ਉਹ ਪਰਮਾਤਮਾ ਤਾਂ ਮੇਰੇ ਨੇੜੇ ਹੈ, ਉਹ ਦੂਰ ਨਹੀਂ। ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਇਸੇ ਲਈ ਸਮਝਾਇਆ, ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ। ਤੋਹੀ ਸੰਗ ਸਮਾਈ, ਨੇਰੇ ਨਾਹੀਂ ਦੂਰ। ਪੋਹਪ ਮਦ ਜਿਉ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਛਾਈ। ਤੈਸੇ ਹੀ ਹਰ ਬਸੇ ਨਿਰੰਤਰ, ਘਟ ਹੀ ਖੋਜੋ ਭਾਈ। ਰਤਨ ਕਮਲ ਕੋਠਰੀ, ਚਮਕਾਰ ਬੀਜੁਲ ਤਹੀਂ। ਨੇਰੇ ਨਾਹੀਂ ਦੂਰ, ਨਿਜ ਆਤਮੈ ਰਿਹਾ ਭਰਪੂਰ। ਲਓ ਚੌਥੇ ਪਦ ਵਿੱਚ ਭਗਤ ਨਾਮਦੇਵ ਜੀ ਕਹਿੰਦੇ ਨੇ, ਜਾਂ ਅਨਹਤ ਸੂਰ ਉਜਿਆਰਾ। ਅਨਹਤ ਜਿਹਦਾ ਹੱਥ ਨਾ ਹੋਵੇ, ਜਦੋਂ ਉਸ ਹਿਰਦੇ ਵਿੱਚ ਗਿਆਨ ਦਾ ਸੂਰਜ ਉਜਿਆਰਾ ਪ੍ਰਗਟ ਹੋ ਗਿਆ, ਪ੍ਰਕਾਸ਼ਮਾਨ ਹੋ ਗਿਆ, ਤਾਂ ਦੀਪਕ ਜਲੈ ਛੰਛਾਰਾ। ਹੁਣ ਉਸੇ ਹਿਰਦੇ ਅੰਦਰ ਉਹ ਮੱਧਮ ਦੀਵਾ ਜਿਹੜਾ ਸੀ ਉਹ ਪ੍ਰਕਾਸ਼ਮਾਨ ਹੋ ਗਿਆ। ਪਰ ਇਹ ਹੋਇਆ ਕਦੋਂ? ਗੁਰ ਪ੍ਰਸਾਦੀ ਜਾਣਿਆ, ਜਨਨਾਮਾ ਸਹਿਜ ਸਮਾਨਿਆ। ਗੁਰੂ ਦੀ ਕਿਰਪਾ ਦੇ ਨਾਲ ਇਹ ਗੱਲ ਮੈਂ ਜਾਣੀ ਹੈ, ਇਸ ਅਵਸਥਾ ਨੂੰ ਪ੍ਰਾਪਤ ਕੀਤਾ। ਔਰ ਜਨਨਾਮਾ, ਇਹ ਨਾਮਾ ਦਾਸ ਸੇਵਕ ਸਹਿਜ ਸਮਾਨੇ, ਉਸ ਆਤਮਕ ਅਡੋਲਤਾ ਦੀ ਅਵਸਥਾ ਵਿੱਚ ਟਿਕ ਗਿਆ। ਸ਼੍ਰੀ ਗੁਰੂ ਨਾਨਕ ਦੇਵ ਜੀ ਵੀ ਫਰਮਾਉਂਦੇ, ਗੁਰ ਚਰਨੀ ਮਨ ਲਾਗਾ, ਤਾਂ ਜਮ ਕਾ ਮਾਰਗ ਭਾਗਾ। ਭੈ ਵਿੱਚ ਨਿਰਭਉ ਪਾਇਆ, ਤਾਂ ਸਹਿਜੈ ਕਹਿ ਘਰ ਆਇਆ। ਪਣਤ ਨਾਨਕ ਬੂਝੈ ਕੋ ਵਿਚਾਰੀ, ਇਸ ਜਗ ਮੈਂ ਕਰਨੀ ਸਾਰੀ। ਕਰਨੀ ਕੀਰਤ ਹੋਈ, ਜਾਂ ਆਪੇ ਮਿਲਿਆ ਸੋਈ। ਭਗਤ ਫਰੀਦ ਜੀ ਵੀ ਕਹਿੰਦੇ ਨੇ, ਪਹਿਲੇ ਪੈਰੇ ਫੁੱਲੜਾ, ਫਲ ਵੀ ਪਛਾ ਰਾਤ। ਜੋ ਜਾਗਨ ਲਾਹਨ ਸੇ, ਸਾਈਂ ਕੰਨੋਂ ਦਾਤ। ਤੋ ਸਾਧ ਸੰਗਤ, ਭਗਤ ਨਾਮਦੇਵ ਜੀ ਨੇ ਆਪਣੀ ਉਸ ਪ੍ਰਾਪਤੀ ਜੋ ਗੁਰੂ ਦੀ ਕਿਰਪਾ ਨਾਲ ਹੋਈ ਹੈ, ਉਸ ਦਾ ਵਰਣਨ ਕਰਕੇ ਸਾਨੂੰ ਵੀ ਪ੍ਰੇਰਨਾ ਕੀਤੀ ਹੈ। ਆਓ ਗੁਰੂ ਦੇ ਦੱਸੇ ਮਾਰਗ 'ਤੇ ਚੱਲੀਏ, ਫਿਰ ਸਮਝ ਆ ਜਾਂਦੀ ਹੈ ਕਿ ਉਹ ਪਰਮਾਤਮਾ ਬਿਲਕੁਲ ਸਾਡੇ ਨੇੜੇ, ਸਾਡੇ ਅੰਦਰ ਹੈ। ਔਰ ਗੁਰੂ ਤੇਗ ਬਹਾਦਰ ਜੀ ਤਾਂ ਬੁਲੰਦ ਆਵਾਜ਼ ਵਿੱਚ ਕਹਿੰਦੇ ਨੇ, ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ। ਤੋਹੀ ਸੰਗ ਸਮਾਈ ਰਹਾਓ, ਪੋਹਪ ਮਦ ਜੋ ਬਾਸ ਬਸਤ ਹੈ। ਮੁਕਰ ਮਾਹੇ ਜੈਸੇ ਛਾਈ, ਤੈਸੇ ਹੀ ਹਰ ਬਸੇ ਨਿਰੰਤਰ।
ਘਟ ਹੀ ਖੋਜੋ ਭਾਈ, ਬਾਹਰ ਭੀਤਰੇ ਕੋ ਜਾਨੋ, ਇਹ ਗੁਰ ਗਿਆਨ ਬਤਾਈ। ਜਨ ਨਾਨਕ ਬਿਨ ਆਪਾ ਚੀਨੇ, ਮਿਟੇ ਨਾ ਭਰਮ ਕੀ ਕਾਈ। ਗੁਰ ਪ੍ਰਸਾਦੀ ਜਾਣਿਆ, ਜਨ ਨਾਮਾ ਸਹਿਜ ਸਮਾਨਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।